Honorable Principal Dr. Kuldeep Singh, Principal Bhaiya ji, Sharma ji, Honorable colleagues and my dear students, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਤੁਸੀਂ ਹੁਣੇ ਲੈਜੈਂਡਸ ਆਫ ਭਗਤ ਸਿੰਘ ਮੂਵੀ ਦੇਖੀ। 112ਵੀਂ ਵਰ੍ਹੇਗੰਢ ਹੈ ਉਸ ਮਹਾਨ ਸ਼ਹੀਦ ਦੀ, ਜਿਹਦੇ ਸੰਬੰਧ ਤੁਸੀਂ ਇਹ ਫਿਲਮ ਦੇਖੀ। ਉਸਦੇ ਬਾਰੇ ਕੁਝ ਗੱਲ ਕਰਾਂਗੇ। ਇੱਕ ਸਲਾਈਡ ਸ਼ੋ ਹੈ, ਨੰਬਰ 2 ਜਿਹੜਾ ਹੈ, ਨੰਬਰ 1 ਇਹ ਕੁਝ ਤੁਹਾਡੇ ਚੋਂ ਬਹੁਤੇ ਖੱਟਰ ਕਲਾਂ ਨਹੀਂ ਗਏ ਹੋਣਗੇ। ਗਏ ਕੋਈ ਖੱਟਰ ਕਲਾਂ ਕਦੇ ਦੇਖਿਆ? ਸ਼ਹੀਦ ਭਗਤ ਸਿੰਘ ਦਾ ਜਿਹੜਾ ਪਿੰਡ ਹੈ, ਸੋ ਉੱਥੇ ਉਹਨਾਂ ਦਾ ਜੋ ਘਰ ਹੈ, ਜੋ ਉੱਥੇ ਉਹਨਾਂ ਦੇ ਨਾਲ ਸੰਬੰਧਿਤ ਵਸਤਾਂ ਪਈਆਂ ਹੋਈਆਂ, ਉਹਦਾ ਇਹ ਸਲਾਈਡ ਸ਼ੋ ਹੈ, ਤਾਂ ਕਿ ਤੁਸੀਂ ਦੇਖ ਸਕੋ ਜਿਹੜੇ ਸਟੂਡੈਂਟਸ ਨੂੰ ਕਦੇ ਉੱਥੇ ਜਾਣ ਦਾ ਮੌਕਾ ਨਹੀਂ ਮਿਲਿਆ। ਇਹ ਉਹਨਾਂ ਦੇ ਜਿਹੜਾ ਪੁਰਾਣਾ ਘਰ ਹੈ, ਉਸ ਦੀਆਂ ਕੁਝ ਪਿਕਚਰਸ ਹੈ, ਜਿੱਥੇ ਸ਼ਹੀਦ ਭਗਤ ਸਿੰਘ ਆਪ ਤਾਂ ਨਹੀਂ ਰਹੇ, ਲੇਕਿਨ 1947 ਤੋਂ ਬਾਅਦ ਉਹਨਾਂ ਦੇ ਮਾਤਾ ਜੀ, ਮਾਤਾ ਵਿਦਿਆਵਤੀ ਔਰ ਬਾਕੀ ਫੈਮਿਲੀ ਮੈਂਬਰਸ ਫੈਸਲਾਬਾਦ ਤੋਂ ਉੱਠ ਕੇ ਇੱਥੇ ਆ ਗਏ ਔਰ ਉੱਥੇ ਉਹਨਾਂ ਨੇ ਇੱਕ ਮਿਊਜ਼ੀਅਮ ਫਿਰ ਬਣਾਇਆ ਆਪ। ਹੁਣ ਵੈਸੇ ਉਹ ਮਿਊਜ਼ੀਅਮ ਕਨਵਰਟ ਹੋ ਗਿਆ, ਪੰਜਾਬ ਗਵਰਨਮੈਂਟ ਦੇ ਡਿਪਾਰਟਮੈਂਟ ਆਫ ਟੂਰਿਜ਼ਮ ਔਰ ਆਰਕੀਓਲੋਜੀ ਨੇ ਇੱਕ ਨਵੀਂ ਬਿਲਡਿੰਗ ਬਣਾਈ ਹੈ, ਜਿਹਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਔਰ ਸੁਖਦੇਵ ਨਾਲ ਸੰਬੰਧਿਤ ਕਈ ਵਸਤਾਂ ਜਿਹੜੀਆਂ ਹੈ ਰੱਖੀਆਂ ਗਈਆਂ, ਜਿਸ ਤਰ੍ਹਾਂ ਅੱਗੇ ਚੱਲੇ ਸਲਾਈਡ ਤੁਹਾਨੂੰ ਨਜ਼ਰ ਆਉਣਗੀਆਂ। ਇਹ ਸਾਰੇ ਉਸ ਘਰ ਦੇ ਦ੍ਰਿਸ਼ ਨੇ। ਪੁਰਾਣੀ ਚੱਕੀ ਹੈ, ਉਹ ਕੋਈ ਜੋ ਚੁੱਲ੍ਹਾ ਹੈ, ਇਸ ਤਰ੍ਹਾਂ ਦੇ ਜੋ ਆਮ ਆਪਣੀ ਪੇਂਡੂ ਜ਼ਿੰਦਗੀ ਜਿਹੜੇ ਘਰ ਹੁੰਦੇ ਸੀ, ਉਸ ਤਰ੍ਹਾਂ ਦੀਆਂ ਚੀਜ਼ਾਂ। ਘਰ ਪਹਿਲਾਂ ਤਾਂ ਸ਼ਾਇਦ ਹੀ ਖਰਾਬ ਸੀ, ਲੇਕਿਨ ਹੁਣ ਪੰਜਾਬ ਗਵਰਨਮੈਂਟ ਨੇ ਕਾਫੀ ਇਹਨੂੰ ਰਿਫਰਬਿਸ਼ ਕਰ ਦਿੱਤਾ ਹੈ। ਉੱਥੇ ਕਾਫੀ ਸਾਫ ਸੁਥਰਾ ਕਰਕੇ ਕਰਦੇ ਵਸਤਾਂ ਦਾ ਸਮਾਨ ਜੋ ਹੈ ਉਹ ਇਹ ਮਿਊਜ਼ੀਅਮ ਦੇ ਵਿੱਚ ਕੁਝ ਫੋਟੋਗ੍ਰਾਫਸ ਉਹਨਾਂ ਦੀਆਂ ਜਿਹੜੀਆਂ ਹੈ ਪਈਆਂ ਹੋਈਆਂ। ਇਹ ਸਭ ਘਰ ਦਾ ਸਮਾਨ ਹੈ ਜੋ ਉਹਨਾਂ ਦੇ ਘਰ ਦੇ ਅੰਦਰ ਪਿਆ ਹੈ। ਇਹ ਮਿਊਜ਼ੀਅਮ ਦੇ ਵਿੱਚ ਉਹ ਚੀਜ਼ਾਂ ਨੇ, ਉਹਨਾਂ ਦੇ ਕ੍ਰਾਂਤੀਕਾਰੀਆਂ ਦੀਆਂ ਹੱਡੀਆਂ। ਤੁਹਾਨੂੰ ਪਤਾ ਸਾਰਿਆਂ ਨੂੰ ਕਿ ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ ਚੋਰੀ ਛੁਪੇ ਜੇਲ੍ਹ ਦੇ ਵਿੱਚੋਂ ਕੱਢ ਕੇ ਹੁਸੈਨੀ ਵਾਲੇ ਲਿਆ ਕੇ ਉਹਨਾਂ ਦੇ ਸਰੀਰ ਦੇ ਟੁਕੜੇ ਕਰਕੇ ਜਲਾਉਣ ਦੀ ਕੋਸ਼ਿਸ਼ ਕੀਤੀ ਸੀ। ਤਾਂ ਉਹ ਜਿਹੜੀਆਂ ਹੱਡੀਆਂ ਬਚ ਗਈਆਂ ਉਸ ਵੇਲੇ, ਉਹ ਇਹ ਜਾਰ ਦੇ ਵਿੱਚ ਪਈਆਂ ਹੋਈਆਂ ਨੇ ਉੱਥੇ। ਇਸੇ ਤਰ੍ਹਾਂ ਹੋਰ ਕਾਫੀ ਨੇ ਸਲਾਈਡਸ। ਉਹ ਪੈਨ ਹੈ ਜਿਹਦੇ ਨਾਲ ਜੱਜ ਨੇ ਉਹਨਾਂ ਦੀ ਡੈਥ ਸੈਂਟੈਂਸ ਲਿਖੀ ਸੀ, ਉਹ ਪੈਨ ਰੱਖਿਆ ਹੋਇਆ ਸੰਭਾਲ ਕੇ। ਉਹਦੇ ਵਿੱਚ ਡੈਥ, ਉਹਨਾਂ ਦਾ ਡੈਥ ਵਾਰੰਟ ਹੈ। ਔਰ 24 ਮਾਰਚ 1931 ਦਾ ਟ੍ਰਿਬਿਊਨ ਅਖਬਾਰ ਹੈ, ਜਦੋਂ ਉੱਥੋਂ ਉਹਨਾਂ ਦੀਆਂ ਹੱਡੀਆਂ ਔਰ ਜਿਹੜੇ ਅਵਸ਼ੇਸ਼ ਬਚੇ ਉਹ ਅਖਬਾਰ ਦੇ ਵਿੱਚ ਲਪੇਟ ਕੇ ਲਿਆਂਦੇ ਗਏ। ਇਹਦੇ ਤੁਹਾਨੂੰ ਨਜ਼ਰ ਆਏਗੀ ਅਖਬਾਰ, ਉਹ ਖੂਨ ਦੇ ਧੱਬੇ ਉਹਦੇ ਤੇ ਹਾਲੇ ਵੀ ਲੱਗੇ ਹੋਏ ਨੇ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਉਹਦੇ 'ਚ ਪਈਆਂ। ਤੋ ਤੁਸੀਂ ਕਦੇ ਆਪ ਉੱਥੇ ਜਦੋਂ ਵੀ ਜਾਓਗੇ, ਜ਼ਰੂਰ ਕਿਸੇ ਵੇਲੇ ਤੁਸੀਂ ਜਾ ਕੇ ਦੇਖੋ ਆਪ ਫਸਟ ਟਾਈਮ। ਇਹ ਰਾਜਗੁਰੂ ਦੀ ਟੋਪੀ ਹੈ, ਰਾਜਗੁਰੂ ਸ਼ਿਵਰਾਮ ਹਰੀ ਰਾਜਗੁਰੂ ਮਹਾਰਾਸ਼ਟਰੀਅਨ ਸੀ, ਗਰੀਬ ਪਰਿਵਾਰ ਤੋਂ ਸੀ। ਉਹਦੀਆਂ ਜਿਹੜੀਆਂ ਚੀਜ਼ਾਂ ਉਹ ਵੀ ਭਗਤ ਸਿੰਘ ਦੀ ਮਾਤਾ ਨੇ ਸੰਭਾਲੀਆਂ ਹੋਈਆਂ, ਕਿਉਂਕਿ ਮਾਤਾ ਜੀ ਜਿਹੜੇ ਸੀ, ਮਾਤਾ ਵਿਦਿਆਵਤੀ, ਸ਼ਹੀਦ ਆਜ਼ਮ ਭਗਤ ਸਿੰਘ ਦੇ ਮਾਤਾ ਜੀ, ਉਹ ਕਹਿੰਦੇ ਸੀ ਇਹ ਤਿੰਨੋਂ ਹੀ ਜਿਹੜੇ ਹੈ ਮੇਰੇ ਆਪਣੇ ਬੇਟੇ ਨੇ। ਭਗਤ ਸਿੰਘ ਕੱਲਾ ਜਿਹੜਾ ਹੈ ਉਹ ਭਗਤ ਸਿੰਘ ਨਹੀਂ, ਭਗਤ ਸਿੰਘ, ਰਾਜਗੁਰੂ, ਸੁਖਦੇਵ ਇਕੱਠਾ, ਇਹਨਾਂ ਦਾ ਨਾਮ ਜਿਹੜਾ ਹੈ ਇਕੱਠੇ ਲਿਆ ਜਾਏਗਾ। ਇਨਫੈਕਟ ਤੁਸੀਂ ਲੁਧਿਆਣੇ ਜ਼ਰੂਰ ਗਏ ਹੋਣਗੇ ਸਾਰੇ। ਲੁਧਿਆਣੇ ਜਗਰਾਉਂ ਬ੍ਰਿਜ ਦੇ ਉੱਤੇ ਤਿੰਨਾਂ ਸ਼ਹੀਦਾਂ ਦਾ ਬੁੱਤ ਲੱਗਿਆ ਹੋਇਆ। ਉਹ ਬੁੱਤ ਦੀ ਲੱਗਣ ਦੀ ਕਹਾਣੀ ਮੈਨੂੰ ਸੁਣਾਈ ਪ੍ਰੋਫੈਸਰ ਜਗਮੋਹਨ ਸਿੰਘ, ਜਿਹੜੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਭਾਂਜਾ ਨੇ, ਕਿ ਜਦੋਂ ਬੁੱਤ ਲਗਾਏ ਜਾਣੇ ਸੀਗੇ ਤਾਂ ਫੈਸਲਾ ਇਹ ਹੋਇਆ ਲੁਧਿਆਣੇ ਦੇ ਜਿਹੜੇ ਉਸ ਵੇਲੇ ਦੀ ਲੀਡਰਸ਼ਿਪ ਸੀ ਕਿ ਇੱਕ ਚੌਂਕ 'ਚ ਇੱਕ ਕ੍ਰਾਂਤੀਕਾਰੀ ਦਾ ਬੁੱਤ ਹੋਏਗਾ, ਕਿਸੇ ਹੋਰ 'ਚ ਰਾਜਗੁਰੂ ਦਾ ਹੋਏਗਾ, ਕਿਸੇ ਹੋਰ ਦੇ ਵਿੱਚ ਸੁਖਦੇਵ ਦਾ ਹੋਏਗਾ। ਜਦੋਂ ਇਹ ਗੱਲ ਮਾਤਾ ਵਿਦਿਆਵਤੀ ਨੂੰ ਪਤਾ ਲੱਗੀ, ਜਿਹੜੇ ਲੁਧਿਆਣੇ ਉਸ ਵੇਲੇ ਰਹਿ ਰਹੇ ਸੀ ਆਪਣੀ ਬੇਟੀ ਬੀਬੀ ਅਮਰ ਕੌਰ ਕੋਲ, ਤਾਂ ਉਹਨਾਂ ਨੇ ਇੱਕ ਉਸ ਵੇਲੇ ਦੇ ਜਨਸੰਘ ਦੇ ਲੀਡਰ ਸੀ ਕਾਲੀ ਚਰਨ, ਜਿਹੜੇ ਸਾਰਾ ਕੰਮ ਕਰਵਾ ਰਹੇ ਸੀ, ਡਾਕਟਰ ਕਾਲੀ ਚਰਨ ਲੁਧਿਆਣੇ ਦੇ, ਉਹਨਾਂ ਨੂੰ ਕਿਹਾ ਕਿ ਨਹੀਂ,
मेरा पुत कला नहीं है, वो भगत वो राजगुरु ते सुखदेव नाल ही लगूगा, जिथे लगूगा तिन्हां दा इकट्ठा लगूगा। तो इस करके फिर जगराऊंपुर दे विचों तीनों ही शहीदां दे पुत जिहड़े हैं लगाए। सो अज असीं शहीद आज़म भगत सिंह नूं जदों याद करते हैं तो सिर्फ ये एक कस्टमरी खराजे अकीदत या श्रद्धांजलि नहीं हो सकती कि असीं फोटो ते फुल चढ़ाते या उन्होंने कोई असी मूवी देख ली तो बस उस तो बाद काम कर। अज इसका परपज़ है जो मैं इतने चल के आया थोड़े को, उस तो पहला एक होर कॉलेज कड़ियाल कॉलेज के भी स्टूडेंट्स नाल इंटरेक्शन हुई। परपज़ ये है कि तुहानू शहीद आज़म भगत सिंह तो वाकिफ कराया जाए, क्योंकि तुसी शहीद आज़म भगत सिंह नू नहीं जानते, उन्होंने नाम जरूर जानते हैं, उन्होंने एक जो पॉपुलर मीडिया उन्होंने इमेज है वो मुझ पे हथ रख के और पिस्तौल वाला और जो भी है उसको जानते। उस तो इलावा शायद कोई एक अद्धा स्टूडेंट होए, लेकिन बहुत स्टूडेंट्स उन्होंने बारे नहीं जानते। असी बकायदा सर्वे करवाया, शहीद भगत सिंह स्टडी सेंटर यूनिवर्सिटी ग्रांट्स मिशन का सेंटर है साडा आर्या कॉलेज जो मैं देखता हूँ। असी सर्वे बकायदा कॉलेज करवाया, बेसिक इनफॉर्मेशन पूछी, शहीद भगत सिंह की माता का नाम की सी, पिता का नाम की सी, कितने पढ़े उन्होंने, वो किहड़ी चीज़ां, बेसिक इनफॉर्मेशन। और तुहानू हैरानी होएगी कि साडे अपने पंजाब के इन्हां इलाकों के जिहड़ी नौजवान पीढ़ी है उन्होंने कुछ नहीं पता, उन्होंने जवाब ही उन्होंने कोल सिर्फ जानते हैं कि भगत सिंह कोई सी, उन्हें गोली चलाई सी, बस किते गोली चलाई सी, की होया सी, क्यों चलाई सी, उहदे बारे असीं कुछ नहीं। सो अज इत्थे आउण दा परपज़ ये है कि तुहानू ये दस्सिया जाए कि वो 23 साल दा मुंडा जिहड़ा तुहाडे वांग ही मेरे तुहाडे वांग एक साधारण पेंडू परिवार जिमीदार परिवार पैदा होया, पंजाबी परिवार दे विच, तुहाडे वांग ही पिंड दे स्कूल च पढ़िया और उस तो बाद लाहौर आ गया, लाहौर आके कॉलेज ज्वाइन किया। वो कोई एक साधारण क्रांतिकारी नहीं सी कि उसने एक अंग्रेज अफसर देखा तो उन्होंने गोली मार दी। He was a thinker of first order, एक इंटेलेक्चुअल सी, बुद्धिजीवी सी, जिसने भगत सिंह की जेल डायरी अवेलेबल है थोड़ी लाइब्रेरी शायद हो गए, नहीं तो मैं प्रिंसिपल साहब को कहांगा कि वो वधिया करवाइयां जान तुहानू। जे तुसीं कल्ली उस जेल डायरी नूं ही पढ़ लो, जदों वो जेल रहे असैंबली बंब सिੱਟਣ तो बाद जो गिरफ्तार हो गए, तकरीबन वो साल तो ऊपर का टाइम जेलों के रहे, उस दौरान उन्होंने वो जेल डायरी लिखी। 400 तो वधेरे किताबों का जिक्र केवल उस जेल डायरी च मिलता, जिहड़ियां उन्होंने जेल में रहंदियां होइयां पढ़ियां, जिन्हां दे रेफरेंसिस लिखे। किताब नूं पढ़दे सी, पढ़ के डायरी च अपने हाथ नाल नोट दिंदे सी, जो विचार उन्होंने दिमाग च आंदे सी, जां जिहड़ी गल किताब चों चंगी लगदी सी उहदा नोट लैंदे सी अपने आप। उन्हां दी असल लिखतां साडे कोल जिहड़ियां हैगियां वो मौजूद ने। सो तुसीं सोच सकते हो कि एक आम साधारण पंजाबी पेंडू जिमीदार परिवार पैदा होया मुंडा जिहड़ा है इस लैवल तक उसका जिहड़ा है इंटलैक्चुअल बौद्धिक स्तर जिहड़ा है वो डिवेलप है। क्यों? क्योंकि एक सुपना सी भगत सिंह ते उन्हां दे साथियां दा कि हिंदुस्तान जिहड़ा है साडा देश, उसनूं आजाद करवाउणा। किह तों आजाद करवाउणा? तुसीं कहोगे अंग्रेज़ां तों, जिहड़ी कि आम पॉपुलर कहानी चलती है। अंग्रेज ठीक है, अंग्रेज़ों तो आज़ादी होनी चाहिए, लेकिन उन्होंने आज़ादी की संघर्ष जिहड़ा है अंग्रेज़ों तो आज़ाद कराउण तो रुक नहीं जाता सी। उन्होंने अल्टीमेटली उन्होंने सोच सी कि जदों तक साडे देश की समाजिक और आर्थिक व्यवस्था बदल नहीं जाती, जदों तक आज़ादी का एहसास उहदा असर आम लोगों तुहाडे वर्गे मेरे वर्गे पिंडां 'च रहंदे लोगों तक नहीं पहुंच जाता, उदों तक आज़ादी का कोई मतलब नहीं। एक कॉस्मेटिक चेंज है सिर्फ। सो इस ये विचार जिहड़े है वो किवें पैदा हुए? शहीद भगत सिंह तुसीं सारे परिवारिक पिछोकड़ नूं शायद जानते हो। उन्हां दा जिहड़ा परिवार है क्रांतिकारी परिवार, उन्हां दे चाचा अजीत सिंह पगड़ी संभाल जट्टा मूवमेंट, तुसीं शायद इस मूवी जो गाना भी आया होवे, वो एक मूवमेंट सी पगड़ी संभाल जट्टा अंदोलन 1907 ਦੇ ਵਿੱਚ ਜਿਹੜਾ ਹੋਇਆ पंजाब, ਜਿਹਦੇ सूफी अंबा प्रसाद लाला लाजपत राय
ਹੋਰ ਜਿਹੜੇ ਰੈਵੋਲੂਸ਼ਨਰੀ ਉਸ ਵੇਲੇ ਸੀਗੇ। ਪੰਜਾਬ ਦੇ ਜਿਹੜੇ ਕੈਨਾਲ ਕਾਲੋਨੀਜ਼ ਦੇ ਵਿੱਚ ਸੈਟਲਰ ਸੀ, ਉਹਨਾਂ ਦੇ ਕੁਝ ਮਸਲੇ ਸੀ ਵਿਜ਼ਾਵੀ ਦੇ ਬ੍ਰਿਟਿਸ਼ ਗਵਰਨਮੈਂਟ, ਜਿਸ ਤੋਂ ਗੱਲ ਸ਼ੁਰੂ ਹੋਈ ਅਲਟੀਮੇਟਲੀ ਚੱਲਦਾ ਚੱਲਦਾ ਇੱਕ ਨੈਸ਼ਨਲਿਸਟ ਅੰਦੋਲਨ ਦੇ ਰੂਪ ਧਾਰ ਗਿਆ, ਜਿਸ ਨੂੰ ਸਕਸੈਸਫੁਲੀ ਸਰਦਾਰ ਅਜੀਤ ਸਿੰਘ ਉਹਨਾਂ ਨੇ ਲੀਡ ਕੀਤਾ। ਔਰ ਉਹ ਪਹਿਲੀ ਵਾਰੀ ਸੀ ਕਿ ਬ੍ਰਿਟਿਸ਼ ਗਵਰਨਮੈਂਟ ਨੂੰ ਪਿੱਛੇ ਹਟਣਾ ਪਿਆ ਸੀ। ਜਿਹੜੀਆਂ ਉਹਨਾਂ ਨੇ ਕੈਨਾਲ ਕਲੋਨੀ ਜਿਹੜੇ ਬਾਹਰ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਪਾਕਿਸਤਾਨ ਜਿਹੜਾ ਹਿੱਸਾ ਰਹਿ ਗਿਆ, ਅਲਾਟਮੈਂਟਸ ਨੂੰ ਲੈ ਕੇ ਜਿਹੜੇ ਰੂਲ ਬਣਾਏ ਸੀ ਉਹ ਫਿਰ ਉਹਨਾਂ ਨੂੰ ਵਾਪਸ ਲੈਣੇ ਪਏ, ਕਿਉਂਕਿ ਉਹਨਾਂ ਨੂੰ ਡਰ ਹੋ ਗਿਆ ਕਿ ਕਿਤੇ ਬਗਾਵਤ ਨਾ ਫੈਲ ਜਾਏ। ਔਰ ਸਰਦਾਰ ਅਜੀਤ ਸਿੰਘ ਨੂੰ ਮਾਂਡਲੇ ਜੇਲ੍ਹ 'ਚ ਭੇਜਿਆ ਗਿਆ ਸੀ। ਜਦੋਂ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ 28 ਸਤੰਬਰ ਨੂੰ 1907 ਦੇ ਵਿੱਚ, ਉਸੇ ਦਿਨ ਉਹਨਾਂ ਨੂੰ ਰਿਹਾਈ ਮਿਲੀ। ਖਬਰ ਪਹੁੰਚੀ ਕਿ ਅਜੀਤ ਸਿੰਘ ਰਿਹਾ ਹੋ ਕੇ ਵਾਪਸ ਆ ਰਹੇ ਹੈ, ਤਾਂ ਦਾਦੀ ਨੇ ਇਹ ਨਾਂ ਰੱਖਿਆ ਸੀ ਕਿ ਇਹ ਕਰਮਾਂ ਵਾਲਾ ਹੈ, ਭਾਗਾਂ ਵਾਲਾ ਹੈ, ਸੋ ਭਗਤ ਸਿੰਘ ਉਹਦਾ ਨਾਮ ਜਿਹੜਾ ਹੈ ਰੱਖ ਦਿੱਤਾ ਗਿਆ। ਸੋ ਇੱਕ ਪਰਿਵਾਰ ਦੇ ਵਿੱਚ ਹਿਸਟਰੀ ਆਲਰੇਡੀ ਐਗਜ਼ਿਸਟ ਕਰਦੀ ਸੀ ਉਹਨਾਂ ਦੀ। ਤਾਂ ਭਗਤ ਸਿੰਘ ਵੀ ਇੱਕ ਨੈਸ਼ਨਲਿਸਟ ਸੋਚ ਵਾਲਾ ਨਵਯੁਵਕ ਜਿਹੜਾ ਹੈ ਉਹ ਉਸ ਦੇ ਤੌਰ ਤੇ ਨਿਕਲਿਆ ਕਿ ਅੰਗਰੇਜ਼ਾਂ ਨੂੰ ਅਸੀਂ ਦੇਸ਼ ਤੋਂ ਬਾਹਰ ਕਰਨਾ। ਤੁਸੀਂ ਮੂਵੀ 'ਚ ਦੇਖਿਆ ਹੋਣਾ। ਲੇਕਿਨ ਜਦੋਂ ਲਾਹੌਰ ਆ ਗਏ, ਡੀਏਵੀ ਸਕੂਲ ਦੇ ਵਿੱਚ ਐਜ਼ ਸਟੂਡੈਂਟ ਦਾਖਲਾ ਹੋਇਆ, ਪਰਿਵਾਰ ਦਾ ਸੰਬੰਧ ਥੋੜਾ ਆਰਿਆ ਸਮਾਜ ਨਾਲ ਸੀਗਾ। ਔਰ ਕਿਉਂਕਿ ਆਰਿਆ ਸਮਾਜ ਵਾਜ਼ ਆਪਣੇ ਆਪ ਦੇ ਵਿੱਚ ਉਹਨਾਂ ਦਾ ਇੱਕ ਬੜਾ ਰਿਫਾਰਮਿਸਟ ਜਿਹੜਾ ਹੈ, ਉਹਨਾਂ ਦਾ ਰੋਲ ਜਿਹੜਾ ਸਾਡੀ ਸੁਸਾਇਟੀ ਦੇ ਵਿੱਚ ਸੀ, ਫੀਮੇਲ ਲਿਟਰੇਸੀ ਦੇ ਵਾਸਤੇ ਬਹੁਤ ਸਾਰਾ ਕੁਝ ਕਰਕੇ। ਇਸ ਕਰਕੇ ਉਹਨਾਂ ਦਿਨਾਂ ਦੇ ਵਿੱਚ ਚੰਗੇ ਪਰਿਵਾਰ ਜਿਹੜੇ ਸੀਗੇ, ਉਹਨਾਂ ਦਾ ਰਿਲੀਜੀਅਸ ਆਊਟਲੁੱਕ ਜੋ ਮਰਜ਼ੀ ਹੋਵੇ, ਉਹ ਆਰਿਆ ਸਮਾਜ ਵਾਲੇ ਪਾਸੇ ਥੋੜਾ ਬਹੁਤ ਉਹਨਾਂ ਦਾ ਝੁਕਾਅ। ਸੋ ਉੱਥੇ ਆ ਕੇ ਵੀ ਉਹ ਨੈਸ਼ਨਲਿਸਟ ਸੋਚ ਜਾਰੀ ਰਹਿੰਦੀ ਹੈ। ਜਦੋਂ ਨੈਸ਼ਨਲ ਕਾਲਜ ਲਾਹੌਰ, ਜਿਹੜਾ ਹੁਣ ਬ੍ਰੈਡੋ ਹਾਲ ਹੈ, ਉੱਥੇ ਇਸ ਵੇਲੇ ਬਿਲਡਿੰਗ ਐਗਜ਼ਿਸਟ ਕਰਦੀ ਹੈ, ਲਾਲਾ ਲਾਜਪਤ ਰਾਏ ਨੇ ਖੁਲਵਾਇਆ ਸੀ ਉਹ। ਜਦੋਂ ਉੱਥੇ ਜਾਂਦੇ ਹੈ ਤਾਂ ਉੱਥੇ ਜਿਹੜੇ ਟੀਚਰਸ ਔਰ ਉੱਥੇ ਦਾ ਮਾਹੌਲ ਜਿਹੜਾ ਹੈ ਉਹ ਡਿਫਰੈਂਟ ਹੈ। ਭਾਈ ਪਰਮਾਨੰਦ ਵਰਗੇ ਟੀਚਰਸ ਜਿਹੜੇ ਹੈ ਕਿਤਾਬਾਂ ਪੜ੍ਹਨ ਵਾਲੇ ਪਾਸੇ ਲੋਕ, ਕਿਤਾਬਾਂ ਪੜ੍ਹਦੇ ਸ਼ੌਕ ਪੈ ਜਾਂਦਾ। ਫਿਰ ਲਿਟਰੇਚਰ ਜਿਹੜਾ ਹੈ, ਵੈਸਟਰਨ ਲਿਟਰੇਚਰ, ਅਪਟਨ ਸਿੰਕਲੇਅਰ, ਹੋਰ ਦੂਸਰੇ ਜਿਹੜੇ ਥਿੰਕਰਸ ਨੇ, ਆਇਰਿਸ਼ ਰਿਪਬਲਿਕਨ ਆਰਮੀ ਦਾ ਇਤਿਹਾਸ, ਫ੍ਰੈਂਚ ਜਿਹੜੇ ਅਨਾਰਕਿਸਟ ਨੇ ਉਹਨਾਂ ਦੇ ਬਾਰੇ ਪੜ੍ਹ ਕੇ ਫਿਰ ਇਸ ਤਰ੍ਹਾਂ ਸੋਚ ਡਿਵੈਲਪ ਹੁੰਦੀ ਹੈ ਕਿ ਆਜ਼ਾਦੀ ਦਾ ਮਤਲਬ ਸਿਰਫ ਇਹ ਨਹੀਂ ਕਿ ਹੁਕਮਰਾਨ ਬਦਲ ਜਾਏ। ਉਹ ਆਜ਼ਾਦੀ ਦਾ ਮਤਲਬ ਇਹ ਹੈ ਕਿ ਆਮ ਲੋਕਾਂ ਨੂੰ ਜਿਹੜੀ ਹੈ ਲਿਬਰਟੀ, ਉਹਨਾਂ ਦੀ ਫਰੀडम ਜਾਂ ਉਹਨਾਂ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ, ਉਹ ਜਦੋਂ ਤੱਕ ਠੀਕ ਨਹੀਂ ਹੁੰਦੀਆਂ ਤਾਂ ਆਜ਼ਾਦੀ ਜਿਹੜੀ ਹੈ ਉਸਦਾ, ਯਾਨੀ ਜਿਹਨੂੰ ਤੁਸੀਂ ਸਮਾਜਵਾਦ ਕਹਿ ਦਿੰਦੇ। ਕਾਰਲ ਮਾਰਕਸ ਨੂੰ ਪੜ੍ਹਿਆ, ਆਖਰੀ ਕਿਤਾਬ ਜਿਹੜੀ ਉਹ ਪੜ੍ਹ ਰਹੇ ਸੀ ਜਦੋਂ ਉਹਨਾਂ ਨੂੰ ਫਾਂਸੀ ਦੇ ਤਖਤੇ ਤੇ ਲਿਜਾਇਆ ਗਿਆ, ਉਹ ਲੈਨਿਨ ਦੀ ਕਿਤਾਬ ਸੀ। ਤੁਸੀਂ ਵੀ ਕਈ ਵਾਰੀ ਪੜ੍ਹਿਆ ਹੋਣਾ। ਸੋ transformation from a normal nationalist to a socialist revolutionary was an intellectual process, ਜਿਹੜਾ ਕਿ ਉਹ ਸਾਰੀਆਂ ਕਿਤਾਬਾਂ ਪੜ੍ਹਨ ਤੋਂ ਬਾਅਦ ਉਹ ਸੋਚ ਜਿਹੜੀ ਹੈ, ਇੰਨੀ ਸਪਸ਼ਟ ਸੋਚ ਜਿਹੜੀ ਹੈ ਉਹ ਡਿਵੈਲਪ। ਇੱਕ ਜਗ੍ਹਾ ਉਹ ਰੈਵੋਲੂਸ਼ਨ ਨੂੰ, ਇਨਕਲਾਬ ਨੂੰ ਡਿਫਾਈਨ ਕਰਦੇ ਆ ਬਟੂਕੇਸ਼ਵਰ ਦਾ ਤੌਰ ਸ਼ਹੀਦ ਆਜ਼ਮ ਭਗਤ ਸਿੰਘ। ਇਨਕਲਾਬ ਜ਼ਿੰਦਾਬਾਦ ਨਾਰਾ ਤੁਸੀਂ ਬੜੀ ਵਾਰੀ ਸੁਣਿਆ ਹੋਣਾ। ਸਾਡੇ ਸਟ੍ਰਾਈਕ ਹੋ ਜਾਏ, ਕਿਸਾਨਾਂ ਦੀ ਹੋ ਜਾਏ, ਮਜ਼ਦੂਰਾਂ ਦੀ ਹੋ ਜਾਏ, ਨਾਰਾ ਲੱਗ ਜਾਂਦਾ, ਸਟੂਡੈਂਟਸ ਵੀ ਲਾ ਦਿੰਦੇ ਆ। ਲੇਕਿਨ ਸਾਨੂੰ ਇਨਕਲਾਬ ਦੇ ਮਾਨੇ ਮਤਲਬ ਸ਼ਾਇਦ ਕਈ ਵਾਰੀ ਨਹੀਂ ਪਤਾ। ਤਾਂ ਉਹਨਾਂ ਨੂੰ ਮੈਜਿਸਟ੍ਰੇਟ ਨੇ ਪੁੱਛਿਆ ਕਿ ਵਾਟ ਡੂ ਯੂ ਮੀਨ ਬਾਈ ਦਿਸ ਆਲ ਇਨਕਲਾਬ, ਤੁਸੀਂ ਸ਼ਾਊਟ ਕਰਦੇ ਹੋ ਇਨਕਲਾਬ ਜ਼ਿੰਦਾਬਾਦ। ਤਾਂ ਉਹਨਾਂ ਨੇ ਕੋਰਸ ਦੱਸਿਆ, ਬਾਅਦ ਚੋਂ ਲਿਖਤੀ ਤੌਰ ਤੇ ਉੱਤੇ ਵੀ ਉਹਨਾਂ ਦੇ ਕਲੈਕਟਿਵ ਵਰਕਸ ਦੇ ਵਿੱਚ ਸ਼ਾਮਿਲ ਹੈ ਕਿ ਇਹ ਨਾਰਾ ਜਿਹੜਾ ਹੈ ਰਸ਼ੀਅਨ ਰੈਵੋਲੂਸ਼ਨ ਤੋਂ ਆਇਆ। ਔਰ ਇਨਕਲਾਬ ਦਾ ਮਤਲਬ ਹੈ ਚੇਂਜ, ਨਿਰੰਤਰ ਚੇਂਜ। ओल्ड ऑर्डर ਜਿਹੜਾ ਹੈ ਉਹ ਹਮੇਸ਼ਾ ਚੇਂਜ ਹੁੰਦਾ ਰਹਿਣਾ ਚਾਹੀਦਾ ਹੈ। ਇਨਕਲਾਬ ਕੋਈ ਇਹ ਚੀਜ਼ ਨਹੀਂ ਹੈ ਕਿ ਇੱਕ ਵਾਰੀ ਕੁਝ ਕਰ ਲਿਆ ਤੇ ਉਸ ਤੋਂ ਬਾਅਦ ਇਨਕਲਾਬ ਰੁਕ ਗਿਆ। ਇਟ ਇਜ਼ ਅ ਕੰਟੀਨਿਊਅਸ ਪ੍ਰੋਸੈਸ ਔਰ ਜਿਹੜਾ ਕਿ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ ਹੈ। ਔਰ ਫਿਰ ਉਹਨਾਂ ਨੇ ਸਪੈਸੀਫਾਈ ਕੀਤਾ ਵਾਇਲੈਂਸ ਔਰ ਰੈਵੋਲੂਸ਼ਨ ਦਾ ਸੰਬੰਧ ਕੀ ਆਪਸ ਦੇ ਵਿੱਚ, ਕਿਉਂਕਿ ਅਕਸਰ ਆਪਾਂ ਸਮਝਦੇ ਹਾਂ ਕਿ ਇਨਕਲਾਬ ਦਾ ਮਤਲਬ ਹੈ ਜਿਹੜੇ ਰਿਐਕਸ਼ਨਰੀ ਫੋਰਸਿਸ ਨੇ ਜਿੱਦਾਂ ਦੀ ਸਾਡੇ ਦੇਸ਼ 'ਚ ਅੱਜਕੱਲ ਹਾਵੀ ਹੋਈਆਂ ਉਹਨਾਂ ਦਾ ਜਦੋਂ ਇਨਕਲਾਬ ਦੀ ਗੱਲ ਆਉਂਦੀ ਤਾਂ ਉਹਨੂੰ ਕਹਿੰਦੇ ਜੀ ਇਹ ਤਾਂ ਮਾਰਕਸਿਸਟ ਜਾਂ ਨਕਸਲਾਈਟ ਥਾਟ ਹੈਗੀ ਹੈ, ਅਰਬਨ ਨਕਸਲ ਹੋਰ ਇਸ ਤਰ੍ਹਾਂ ਦੇ ਲਫ਼ਜ਼ ਇਸਤੇਮਾਲ ਕੀਤੇ ਜਾਂਦੇ ਆ। ਇਹਦਾ ਮਤਲਬ ਤਾਂ ਵਾਇਲੈਂਸ ਹੈਗਾ, ਗੋਲੀ ਮਾਰ ਦਿਓ, ਬੰਬ ਚਲਾ ਦਿਓ ਐਂਡ ਸੋ ਔਨ ਐਂਡ ਸੋ ਫੋਰਥ। ਸ਼ਹੀਦ ਆਜ਼ਮ ਭਗਤ ਸਿੰਘ ਨੇ ਬੜੀ ਸਪਸ਼ਟ ਕਿਹਾ ਕਿ ਇਨਕਲਾਬ ਵਾਸਤੇ ਸਭ ਤੋਂ ਜਿਹੜੀ ਪਹਿਲੀ ਰਿਕੁਇਜ਼ੀਸ਼ਨ ਹੈ, ਦ ਫਰਸਟ ਪ੍ਰੀ ਰਿਕੁਇਜ਼ਿਟ ਇਜ਼ ਕਿ ਤੁਹਾਡੇ ਕੋਲ ਵਿਚਾਰ ਹੋਣੇ ਚਾਹੀਦੇ ਆ। ਵਿਚਾਰ ਨਹੀਂ ਹੈ ਤਾਂ ਰੈਵੋਲੂਸ਼ਨ ਨਹੀਂ ਆ ਸਕਦਾ।
ਵਿਚਾਰਾਂ ਤੋਂ ਭਾਵ ਇਹ ਹੈ ਕਿ ਤੁਸੀਂ ਕਿਸੇ ਵਿਵਸਥਾ ਤੋਂ ਤੰਗ ਹੋ, ਤੁਸੀਂ ਉਸ ਵਿਵਸਥਾ ਨੂੰ ਬਦਲਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਨਾ ਸਿਰਫ ਉਸ ਵਿਵਸਥਾ ਦਾ ਵਿਰੋਧ ਕਰਨ ਦਾ ਦਮ ਹੋਣਾ ਚਾਹੀਦਾ, ਬਲਕਿ ਤੁਹਾਡੇ ਕੋਲ ਉਹਦੀ ਆਲਟਰਨੇਟਿਵ ਵਿਵਸਥਾ ਕੀ ਆਊਗੀ ਉਸ ਦਾ ਬਲੂਪ੍ਰਿੰਟ ਹੋਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਬਗਾਵਤ ਤੇ ਇਨਕਲਾਬ 'ਚ ਫਰਕ ਉਹਨਾਂ ਨੇ ਸਮਝਾਇਆ, ਰੈਬੇਲੀਅਨ ਐਂਡ ਰੈਵੋਲੂਸ਼ਨ, ਡਿਫਰੈਂਸ ਬਿਟਵੀਨ ਰੈਬੇਲੀਅਨ ਐਂਡ ਰੈਵੋਲੂਸ਼ਨ। ਹਰ ਰੈਬੇਲੀਅਨ ਜਿਹੜਾ ਹੈ ਉਹ ਰੈਵੋਲੂਸ਼ਨ ਨਹੀਂ ਹੋ ਸਕਦਾ ਜਦ ਤੱਕ ਤੁਹਾਡੇ ਕੋਲ ਫਿਊਚਰ ਦਾ ਕੋਈ ਬਲੂਪ੍ਰਿੰਟ ਨਹੀਂ ਹੈ। ਰੈਬੇਲੀਅਨ ਕੁਡ ਬੀ ਅ ਬਿਗਨਿੰਗ। ਇਸੇ ਤਰ੍ਹਾਂ ਉਹਨਾਂ ਨੇ ਜਿਹੜਾ ਰੋਲ ਆਫ ਵਾਇਲੈਂਸ ਜਿਹੜਾ ਹੈ ਉਸ ਨੂੰ ਡਿਸਕਸ ਕੀਤਾ ਕਿ ਰੈਵੋਲੂਸ਼ਨ ਜਿਹੜਾ ਹੈ ਉਹ ਜ਼ਰੂਰੀ ਨਹੀਂ ਕਿ ਹਰ ਵਾਰੀ ਤੁਹਾਨੂੰ ਵਾਇਲੈਂਟ ਮੀਨਸ ਅਡਾਪਟ ਕਰਨੇ ਪੈਣ, ਹੋ ਸਕਦਾ ਕਿਸੇ ਵੇਲੇ ਅਡਾਪਟ ਕਰਨੇ ਪੈਣ ਐਜ਼ ਸੈਕੰਡਰੀ। ਪ੍ਰਾਇਮਰੀ ਰੋਲ ਜਿਹੜਾ ਹੈ ਉਹ ਹਮੇਸ਼ਾ ਵਿਚਾਰਾਂ ਦਾ ਹੋਏਗਾ। ਵਾਇਲੈਂਸ ਦਾ ਰੋਲ, ਹਥਿਆਰਾਂ ਦਾ ਰੋਲ ਜਿਹੜਾ ਹੈ ਉਹ ਸੈਕੰਡਰੀ ਹੋ ਸਕਦਾ ਹੈ ਜਦੋਂ ਬਹੁਤ ਜ਼ਰੂਰੀ ਹੋਵੇ ਐਜ਼ ਸਪੋਰਟ। ਮੈਂ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ, ਸਾਡੇ ਆਪਣੇ ਪੰਜਾਬ ਦੇ ਈਥੋਸ ਨੇ, ਗੁਰੂ ਗੋਬਿੰਦ ਸਿੰਘ ਉਹਨਾਂ ਦੀ ਜਿਹੜੀ ਸੋਚ ਹੈ ਜ਼ਫਰਨਾਮਾ ਦੇ ਵਿੱਚ ਜਦੋਂ ਉਹ ਲਿਖਦੇ ਨੇ ਕਿ ਮੈਂ ਤਲਵਾਰ ਚੁੱਕੀ, ਅਖੀਰ ਦੇ ਵਿੱਚ ਜਦੋਂ ਬਾਕੀ ਜਿਹੜੇ ਮੈਜਰ ਸੀਗੇ ਉਹ ਫੇਲ ਹੋ ਗਏ। ਔਰੰਗਜ਼ੇਬ ਨੂੰ ਇਹੀ ਲਿਖਿਆ ਨਾ ਉਹਨਾਂ ਨੇ ਕਿ ਜਦੋਂ ਮੇਰੀ ਬਾਕੀ ਸਾਰੇ ਮੈਥਡਸ ਫੇਲ ਹੋ ਗਏ ਤੁਹਾਡੇ ਨਾਲ ਗੱਲਬਾਤ ਕਰਦੇ, ਤੁਹਾਨੂੰ ਸਮਝਾਉਂਦੇ, ਔਰ ਮਜਬੂਰਨ ਸਾਨੂੰ ਤਲਵਾਰ ਚੁੱਕਣੀ ਪੈ ਰਹੀ। ਸੋ ਵਾਇਲੈਂਸ ਐਜ਼ ਅ ਲਾਸਟ ਰਿਸੋਰਟ, ਨਾਟ ਦ ਫਰਸਟ ਰਿਸੋਰਟ। ਸੋ ਇਹ ਇੱਕ ਪੂਰੀ ਦੀ ਪੂਰੀ ਜਿਹੜੀ ਹੈ ਉਹਨਾਂ ਨੇ ਡਿਸਕ੍ਰਾਈਬ ਕੀਤਾ ਕਿ ਰੈਵੋਲੂਸ਼ਨ ਕੀ ਹੈ ਔਰ ਉਹ ਕਿਸ ਤਰ੍ਹਾਂ ਹੋਣਾ ਚਾਹੀਦਾ। ਔਰ ਬੜੀ ਵੱਡੀ ਗੱਲ ਕਹਿਤੀ ਕਿ ਇਹ ਨਹੀਂ ਹੈ ਕਿ ਤੁਸੀਂ ਇੱਕ ਵਾਰੀ ਵਿਵਸਥਾ ਬਦਲਤੀ, ਇੱਕ ਨਵਾਂ ਤੁਸੀਂ ਸਿਸਟਮ ਵੀ ਉਹਦੀ ਜਗ੍ਹਾ ਤੇ ਲੈ ਆਂਦਾ ਤੇ ਰੈਵੋਲੂਸ਼ਨ ਰੁਕ ਗਿਆ। ਨੋ, ਸਮੇਂ ਦੇ ਹਿਸਾਬ ਨਾਲ ਉਹਦੇ ਵਿੱਚ ਫਰਦਰ ਤਬਦੀਲੀ ਆ ਸਕਦੀ ਹੈ। ਇਟ ਇਜ਼ ਜਿਸ ਤਰ੍ਹਾਂ ਮੈਂ ਕਿਹਾ ਕੰਟੀਨਿਊਅਸ ਪ੍ਰੋਸੈਸ ਹੈ ਰੈਵੋਲੂਸ਼ਨ। ਸੋ ਇਹ ਇੱਕ ਹੈਰਾਨੀ ਦੀ ਗੱਲ ਇਹ ਹੈ ਕਿ 23 ਸਾਲ ਦਾ ਪੰਜਾਬੀ ਮੁੰਡਾ, ਜਿਵੇਂ ਆਹ ਸਾਹਮਣੇ ਮੁੰਡੇ ਬੈਠੇ ਆ, ਤੁਸੀਂ ਬੈਠੇ ਹੋ, ਉਹਦੇ ਕੋਲ ਏਡੀ ਵੱਡੀ ਭੌਤਿਕ ਸਤਰ ਦਾ ਡਿਵੈਲਪ ਹੋਇਆ ਕਿ ਉਹ ਇਸ ਲੈਵਲ ਤੱਕ ਸੋਚ ਉਸਦੀ ਡਿਵੈਲਪ ਹੋਈ ਕਿ ਇਨਕਲਾਬ ਕਿਸ ਤਰ੍ਹਾਂ ਹੋਏਗਾ, ਕੀ ਹੋਣਾ ਚਾਹੀਦਾ। ਇਸੇ ਤਰ੍ਹਾਂ ਟੈਰੋਰਿਜ਼ਮ ਦੇ ਬਾਰੇ ਇੱਕ ਜਗ੍ਹਾ ਉਹਨਾਂ ਨੇ ਵਿਊਜ਼ ਜਿਹੜੇ ਆਪਣੇ ਦਿੱਤੇ। ਮੈਂ ਬਰੀਫਲੀ ਇਹਨੂੰ ਕਰਾਂਗਾ ਕਿਉਂਕਿ ਤੁਸੀਂ ਕਾਫੀ ਦੇਰ ਤੋਂ ਫਿਲਮ ਵੀ ਦੇਖੀ ਹੈ। ਆਈ ਡੋਂਟ ਵਾਂਟ ਟੂ ਇਨਫਲਿਕਟ ਯੂ ਵਿਦ ਅ ਥੋਰੋ ਲੈਕਚਰ ਔਨ ਆਲ ਦਿਸ। ਸਵੇਰੇ ਸਵੇਰੇ ਹੋ ਜਾਂਦਾ ਤਾਂ ਹੋ ਜਾਂਦਾ, ਬਟ ਦਿਸ ਇਜ਼ ਸਰਟਨਲੀ ਨਾਟ ਦ ਟਾਈਮ। ਤੋ ਇਸ ਤਰ੍ਹਾਂ ਉਹਨਾਂ ਨੇ ਟੈਰੋਰਿਜ਼ਮ ਨੂੰ ਡਿਸਕ੍ਰਾਈਬ ਕੀਤਾ ਕਿ ਟੈਰੋਰਿਜ਼ਮ ਜਿਹੜਾ ਹੈਗਾ ਉਹ ਉਹਦੇ ਵਿੱਚ ਔਰ ਰੈਵੋਲੂਸ਼ਨਰੀ ਵਾਇਲੈਂਸ ਦੇ ਵਿੱਚ ਫਰਕ ਹੈ। ਰੈਵੋਲੂਸ਼ਨਰੀ ਵਾਇਲੈਂਸ ਜਿਹੜਾ ਹੈਗਾ ਉਹ ਹੈਗਾ ਜਦੋਂ ਤੁਸੀਂ ਆਪਣੇ ਕਿਸੇ ਪੂਰੀ ਪਲੈਨਿੰਗ ਦੇ ਤਹਿਤ, ਕਿਸੇ ਖਾਸ ਮਨਸੂਬੇ ਦੇ ਤਹਿਤ ਕੋਈ ਵਾਇਲੈਂਟ ਐਕਟੀਵਿਟੀ ਕਰਦੇ ਹੋ, ਸੈਬੋਟੇਜ ਕਰਦੇ ਹੋ ਜਾਂ ਕੋਈ ਉਸ ਤਰ੍ਹਾਂ ਦੀ ਕਰਦੇ ਹੋ ਜਿਹਦਾ ਕੋਈ ਮਕਸਦ ਹੈ ਜਿਹੜਾ ਆਮ ਲੋਕਾਂ ਨੂੰ ਉਸ ਤਰ੍ਹਾਂ ਨਹੀਂ ਇਫੈਕਟ ਕਰੇਗਾ। ਟੈਰੋਰਿਜ਼ਮ ਕੀ ਹੈ? ਜਿਸ ਤਰ੍ਹਾਂ ਅਸੀਂ ਰੋਜ਼ ਸੁਣਦੇ ਹਾਂ ਕਿ ਜੋ ਸੁਸਾਈਡ ਬੰਬਰ ਚਲਾ ਗਿਆ, ਬਣ ਕੇ ਕਿਤੇ ਉਹਨੇ ਆਪਣੀ ਵੈਸਟ ਚਲਾਤੀ, 200 ਬੰਦਾ ਮਾਰਿਆ ਗਿਆ, ਇਸ ਤਰ੍ਹਾਂ ਦੀ ਚੀਜ਼ਾਂ, ਉਹ ਟੈਰੋਰਿਜ਼ਮ ਹੈ। ਜਿੱਥੇ ਕੋਈ ਅਨਥਿੰਕੇਬਲ, ਕੋਈ ਜਿਹੜਾ ਆਬਜੈਕਟਿਵ ਕਲੀਅਰ ਨਹੀਂ ਹੈ ਔਰ ਕਾਮਨ ਲੋਕ ਜਿਹੜੇ ਹੈ ਉਹਦਾ ਸ਼ਿਕਾਰ ਹੋ ਜਾਏ। ਮਿਸਾਲ ਉਸ ਦੀ ਤੁਹਾਡੇ ਸਾਹਮਣੇ ਤੁਸੀਂ ਇਸ ਮੂਵੀ 'ਚ ਵੀ ਦੇਖੀ ਹੋਊਗੀ, ਜਦੋਂ ਲਾਹੌਰ 17 ਦਸੰਬਰ 1928 ਨੂੰ ਇੱਕ ਪੁਲਿਸ ਆਫਿਸਰ ਨੂੰ ਮਾਰਿਆ ਗਿਆ। ਕਿਹਨੂੰ ਮਾਰਿਆ ਗਿਆ ਸੀ? ਹਾਂਜੀ, ਨਹੀਂ, ਲਾਲਾ ਲਾਜਪਤ ਰਾਏ ਪੁਲਿਸ ਆਫਿਸਰ ਨਹੀਂ ਸੀ। JP ਸੌਂਡਰਸ, ਜੌਨ ਪੀ ਸੌਂਡਰਸ। JP ਸੌਂਡਰਸ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਨੇ ਕਿਉਂ ਮਾਰਿਆ? ਉਹ ਰੈਵੋਲੂਸ਼ਨਰੀ ਵਾਇਲੈਂਸ ਦੀ ਐਕਸਪਲੇਨੇਸ਼ਨ ਹੈ ਉਹਦੇ ਚ ਆਪਣੇ ਆਪ। ਹੋਇਆ ਕੀ, ਤੁਸੀਂ ਸਾਰਿਆਂ ਨੇ ਦੇਖਿਆ ਸਾਈਮਨ ਕਮਿਸ਼ਨ ਆਇਆ। ਸਾਈਮਨ ਕਮਿਸ਼ਨ ਦੇ ਵਿਰੋਧ ਦੇ ਵਿੱਚ ਲੋਕ ਇਕੱਠੇ ਹੋਏ, ਲਾਲਾ ਲਾਜਪਤ ਰਾਏ ਉਹਨਾਂ ਦੀ ਅਗਵਾਈ ਕਰ ਰਹੇ ਸੀ। ਪੁਲਿਸ ਨੇ ਲਾਠੀ ਚਾਰਜ ਕੀਤਾ। ਲਾਠੀ ਚਾਰਜ ਤੁਸੀਂ ਸਮਝਦੇ ਹੋ ਆਪਣੇ ਬਹੁਤ ਹੁੰਦਾ ਅੱਜ ਕੱਲ੍ਹ, ਟੀਚਰਸ ਦੇ ਉੱਤੇ, ਸਟੂਡੈਂਟਸ ਦੇ ਉੱਤੇ, ਜਿੱਥੇ ਵੀ ਕਿਤੇ ਆਪਾਂ ਹੱਕ ਮੰਗੀਏ ਪੁਲਿਸ ਚਾਹੇ ਆਪਣੀ ਹੈ ਉਹ ਲਾਠੀ ਚਾਰਜ ਕਰਦੀ। ਲਾਠੀ ਚਾਰਜ ਹੋਇਆ, ਲਾਲਾ ਲਾਜਪਤ ਰਾਏ ਬਜ਼ੁਰਗ ਸੀਗੇ, ਕੁਝ ਲਾਠੀਆਂ ਉਹਨਾਂ ਦੇ ਵੀ ਲੱਗੀਆਂ, ਜ਼ਖਮੀ ਹੋ ਗਏ। ਉਸ ਲਾਠੀ ਚਾਰਜ ਤੋਂ ਤਕਰੀਬਨ 20 ਦਿਨਾਂ ਬਾਅਦ ਲਾਲਾ ਲਾਜਪਤ ਰਾਏ ਦੀ ਡੈਥ ਹੋਈ ਫॉर ਰੀਜ਼ਨਸ ਅਦਰ ਦੈਨ ਲਾਠੀ ਚਾਰਜ। ਲੇਕਿਨ ਪਪੂਲਰ ਪਰਸੈਪਸ਼ਨ ਇਹ ਬਣ ਗਈ ਕਿ ਲਾਲਾ ਜੀ ਜਿਹੜੇ ਹੈ ਉਸ ਲਾਠੀ ਚਾਰਜ ਕਰਕੇ ਉਹਨਾਂ ਦੀ ਡੈਥ ਹੋਈ। ਔਰ ਸਾਰੇ ਦੇਸ਼ ਦੇ ਵਿੱਚ ਜਿਹੜਾ ਹੈ ਡਿਪਰੈਸਿਵ ਮਾਹੌਲ ਹੋ ਗਿਆ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ, ਸਰਕਾਰ ਕੁਝ ਵੀ ਕਰ ਸਕਦੀ ਹੈ, ਲੋਕਾਂ ਦਾ ਮੋਰਲ ਜਿਹੜਾ ਹੈ ਗਿਰਿਆ। तो हिंदुस्तान सोशलिस्ट रिपब्लिकन आर्मी के ਜਿਹੜੇ ਲੋਕ ਸੀਗੇ ਸਾਰੇ, ਸ਼ਹੀਦ ਆਜ਼ਮ ਭਗਤ ਸਿੰਘ ਔਰ ਦੂਸਰੇ, ਉਹਨਾਂ ਨੇ ਮਹਿਸੂਸ ਕੀਤਾ
कि लोगों का विश्वास जितने लिए उन्हों का मोरल बूस्ट करने लिए जरूरी है कि कोई कार्रवाई करनी पड़े। उस सोच के नाल ये फैसला किया गया कि वो पुलिस ऑफिसर SP लाहौर जे जॉन स्कॉट कि उसनूं जिहड़ा है मारिया जाए। तो फिर एक मनसूबा बनाया गया कि स्कॉट नूं मारन वास्ते राजगुरू की और शहीद आजम भगत सिंह की और चंद्रशेखर आजाद की ड्यूटी लगी कि वो सारा इसनूं सरअंजाम देंगे। मेन ऑर्गेनाइजर सुखदेव सी, सुखदेव जिहदे बारे थोड़ा असीं घट जानते हैं। ही वॉज नॉट ओनली ए वेरी पावरफुल इंटलैक्चुअल बट ए ग्रेट ऑर्गेनाइजर। जिन्हें कार्रवाइयां करते सी, उसकी प्लानिंग सुखदेव करता सी। जिन्ना अगर पैसा होर रिसोर्सिस चाहिए सी, सुखदेव ऑर्गेनाइज करता सी। सो ही वॉज ए मूविंग फोर्स बिहाइंड। तो उस पर्पज लई वो राजगुरू नूं चुनिया गया क्योंकि राजगुरू का निशाना बहुत जबरदस्त सी। मराठी सी, छोटे करता सी, शिवराम हरी राजगुरू निशाना बहुत स्ट्रॉन्ग सी। नाल भगत सिंह नूं लगाया गया। चंद्रशेखर आजाद नूं एक होर ड्यूटी दी गई कि वो दोनों वॉच करेंगे। सो लेकिन गलती की होगी, स्कॉट की बजाय वो यंग ऑफिसर 24 साल का सॉन्डर्स वो मोटरसाइकिल से निकलिया। वो ASP सी, स्कॉट SP सी। तो जड़ा राजगुरू है वो थोड़ा उतावला सी। उन्हें जिदा ही देखा कि वो बुरा ऑफिसर निकलिया, उन्हें गोली मार दी एंड द पर्सन वाज शॉट। इस सेकंड फायर जड़ा है भगत सिंह ने किया और उस तो बच के निकले। फिर वो चन्नन सिंह एक हौलदार, तुसीं देखा होना फिल्म, वो मगर भज्या, उन्होंने चंद्रशेखर आजाद ने गोली मारी कि फॉलो ना कर। वो जड़ा मारिया गया उस अफसर को, वो एक कोई एक्ट ऑफ टैरोरिज्म नहीं सीगा, एक वेल प्लान तरीका सीगा कि जिहदा एक पोलिटिकल आउटकम निकल नहीं सी, लोगों का मोरल अप होना सी। नैक्सट डे पोस्टर लगाए गए बकायदा शहर दे विच, लाहौर शहर। बलराज भगत सिंह का पेन नेम बलराज सीगा, हिंदुस्तान सोशलिस्ट रिपब्लिकन आर्मी के कमांडर की तरफों कि वी आर सॉरी कि सानू ये एक्ट करना गया, वी डोंट वांट ब्लड शेड, लेकिन ये इस करके जिहड़ा है सानू करना पिया। सो वो जो कुछ भी करते सीगे वो पूरी प्लानिंग नाल, पूरी एक इंटलैक्चुअल अप्रोच नाल, क्लैरिटी नाल करते सीगे। वो क्लैरिटी कित्थों आई? एजुकेशन तो, सैल्फ एजुकेशन तो, किताबां तो, उस्तादां तो, जो भी कुछ पढ़िया। सो एक उन्हां दी जिंदगी का जिहड़ा ये पहलू है, इहदे बारे ਅਸੀਂ नहीं जानते। सब तो दुख की गल यही है। मैं कई बारी अपने स्टूडेंट्स नाल भी या मीडिया से जो मैं आना, मैं ये गल करता कि शहीद भगत सिंह ने जिंदगी गोली शायद एक या 2 बारी चलाई। असी उन्होंने ग्लोरीफाई करता कि पिस्तौल फड़िया होया और मौत दिता होया। जिहड़ियां उन्होंने किताबां पढ़ियां, जिहड़ा एक बुद्धिजीवी भगत सिंह का ਉਹਦਾ ਸਾਡੇ लोगों को कोई जिक्र नहीं। सारे पंजाब च सिर्फ एक जगह ऐसी है, जलंधर डिस्ट्रिक्ट भोगपुर कस्बा है, उत्थे एक बुत लग्या होया जिथे भगत सिंह के हाथ से किताब फड़ी हुई है। इतने मैं अपने वैबसाइट फेसबुक का पेज साडे सेंटर का है, वो मैं पाइया हुई, तुसीं किसी वेले खोल के देख सकते हो। अदरवाइज तुसीं किते भी देखोगे शहीद आजम भगत सिंह की फोटो होए, उन्हां दा बुत होए, ਉਹਦੇ ਵਿੱਚ ਜਾਂ ਪਿਸਤੌਲ ਹੋਏਗਾ ਜਾਂ ਡੱਬ ਦੇ ਵਿੱਚ ਪਿਸਤੌਲ ਪਾਇਆ ਹੋਊਗਾ, ਐਜ਼ ਇਫ ਹੀ ਵਾਸ ਅ ਬਸ ਰੂਟੀਨ ਟਾਈਪ ਆਫ ਟ੍ਰਿਗਰ ਹੈਪੀ ਪਰਸਨ। ਹੀ ਵਾਸ ਨॉट। ਇਹ ਤਰਾਸਦੀ ਸਾਡੇ ਦੇਸ਼ ਦੀ ਮਿਸ ਰਿਪਰੈਜ਼ੈਂਟ ਕਰਨਾ। ਇਸੇ ਮੈਂ ਥੋੜਾ ਜਿਹਾ ਆਫ ਦ ਟਰੈਕ ਜਾਊਂਗਾ। ਇਸੇ ਤਰ੍ਹਾਂ ਦਾ ਇੱਕ ਧੱਕਾ ਅਸੀਂ ਡਾਕਟਰ ਅੰਬੇਦਕਰ ਨਾਲ ਕਰਦੇ ਹਾਂ। ਡਾਕਟਰ ਅੰਬੇਦਕਰ ਤੁਸੀਂ ਜਾਣਦੇ ਹੋ ਸਾਰੇ, ਹਰ ਸ਼ਹਿਰ ਹਿੰਦੁਸਤਾਨ ਸਭ ਤੋਂ ਜ਼ਿਆਦਾ ਬੁੱਧ ਡਾਕਟਰ ਅੰਬੇਦਕਰ ਦੇ ਲੱਗੇ ਹੋਏ, ਫॉर ਵਾਟ ਐਵਰ ਰੀਜ਼ਨ। ਉਹਨਾਂ ਦੇ ਹੱਥ 'ਚ ਇੱਕ ਕਿਤਾਬ ਫੜਾਈ ਹੁੰਦੀ, ਉਹ ਕਿਤਾਬ ਕਿਹੜੀ ਹੁੰਦੀ ਹੈ? कई देखा होगा तुसीं, वो किहड़ी किताब फड़ाई होती उन्हां दे हत्थ? संविधान। डॉक्टर अंबेदकर नूं कहा जांदा संविधान दा निर्माता। डॉक्टर अंबेदकर दा संविधान निर्माण च रोल सीगा, बट ही दैट वाज नॉट हिज ओरिजिनल क्रिएशन। संविधान एक्चुअली लिखण वाले कुछ होर सीगे, वो उस कमेटी दे चेयरपर्सन सीगे। ऑफ कोर्स क्रेडिट उन्हां नूं चला जांदा पॉपुलर पार्लेंस दे विच। वो बंगाली सीगे, मैनूं शायद नाम भुल जांदा, सम राव, जिन्हां ने एक्चुअली वो कॉन्स्टिट्यूशन सारा ड्राफ्ट किया। अंबेडकर इज नोन फॉर हिज एनाइलेशन ऑफ कास्ट। उन्होंने किताब है, सैमिनल वर्क है, एनाइलेशन ऑफ कास्ट, जात पात का खात्मा, जिहदे करके वो इंटलैक्चुअल वर्ल्ड जाने जाते हैं। लेकिन वो किताब अंबेडकर के बुतां दे विच जाऊगी तो लोग शायद उस पासे अट्रैक्ट होंगे, इस करके वो गल नहीं की जाती। संविधान फड़ाता कि जी संविधान के निर्माता है, संविधान के निर्माता, और आपां भी और उन्होंने जिहड़े फॉलोवर्स ने, ब्लाइंड फॉलोवर्स, वो भी उवें ही चली जाते हैं। So this is what is being done with our people, including Shahid Bhagat Singh and others. ਤੁਹਾਡਾ फर्ज ये है being students कि इस पॉपुलर नैरेटिव तो निकल के इन्हां चीज़ां दे जिहड़े एक्चुअल डिफरेंट नैरेटिव ने उन्हां नूं एक्सप्लोर करो और सच्चाई ते पहुंचो।
ਸੋ ਬਹੁਤ ਕੁਝ ਇਸ ਤਰ੍ਹਾਂ ਦਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਬਾਰੇ। ਜਿਸ ਤਰ੍ਹਾਂ ਉਹਨਾਂ ਦੀ ਕਿਤਾਬ ਹੈ ਵਾਈ ਆਈ ਐਮ ਐਨ ਏਥੀਸਟ, ਉਹਦੇ ਬਾਰੇ ਆਪਾਂ ਨਹੀਂ ਜਾਣਦੇ। ਤੁਹਾਡੇ ਕੋਲ ਹੁਣ ਮੈਂ ਦੇਖ ਰਿਹਾ ਕਈ ਸਟੂਡੈਂਟ ਆਪਣੇ ਸਮਾਰਟਫੋਨਸ ਤੇ ਲੱਗੇ ਹੋਏ ਆ, ਗੂਗਲ ਤੇ ਜਾ ਕੇ ਤੁਸੀਂ ਮੈਂ ਨਾਸਤਿਕ ਕਿਉਂ ਹਾਂ ਜਾਂ ਵਾਈ ਆਈ ਐਮ ਐਨ ਏਥੀਸਟ ਪਾਓਗੇ ਤਾਂ 10 ਪੇਜ ਦਾ ਪੈਂਫਲੇਟ ਨਿਕਲ ਆਏ। 10 ਪੇਜ ਪੜ੍ਹਨਾ ਕੋਈ ਔਖਾ ਨਹੀਂ ਹੈਗਾ, 15 ਮਿੰਟ 'ਚ ਪੜ੍ਹੇ ਜਾਣਗੇ। ਤੁਹਾਨੂੰ ਉਹਨਾਂ ਦੀ ਵਿਚਾਰਧਾਰਾ ਦਾ ਇੱਕ ਨਿਵੇਕਲਾ ਪੱਖ ਨਜ਼ਰ ਆਊਗਾ ਕਿ ਉਹਨਾਂ ਨੇ ਕਿਉਂ ਇਹ ਕਿਹਾ ਕਿ ਮੈਂ ਨਾਸਤਿਕ। ਬੰਦਾ ਸੋਚ ਲੈਂਦਾ ਕਿ ਵੈਸੇ ਹੀ ਕਹਿਤਾ ਹੋਣਾ, ਜਾਂ ਕਹਿ ਦਿੰਦੇ ਜੀ ਉਹ ਕੋਈ ਕਹਿੰਦੇ ਕਾਮਰੇਡ ਉਸ ਤਰ੍ਹਾਂ ਦੇ ਹੁੰਦੇ ਆ। ਇਹਦੇ ਬਾਰੇ ਵੀ ਡਿਬੇਟ ਹੈ ਕਿ ਉਹ ਕਾਮਰੇਡ ਉਸ ਤਰ੍ਹਾਂ ਦੇ ਸੀਗੇ ਜਾਂ ਨਹੀਂ ਸੀਗੇ। ਸੋ ਕਾਫੀ ਉਹਨਾਂ ਦੇ ਬਾਰੇ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਮਸਲੇ ਹੈਗੇ ਆ ਜਿਹਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਤੇ ਉਹ ਜਾਣ ਸਕੋਗੇ ਤੁਸੀਂ ਜਦੋਂ ਆਪਾਂ ਉਹਨੂੰ ਪੜ੍ਹਾਂਗੇ। ਉਹ ਜਾਣਨਾ ਸਾਡੇ ਲਈ ਇਸ ਕਰਕੇ ਜ਼ਰੂਰੀ ਹੈ ਅੱਜ ਦੀ ਡੇਟ ਦੇ ਵਿੱਚ ਵੀ ਤੁਹਾਡੀ ਪੀੜ੍ਹੀ ਵਾਸਤੇ ਕਿ ਇਸ ਵੇਲੇ ਜਿਸ ਚੌਰਾਹੇ ਤੇ ਲਿਆ ਕੇ ਦੇਸ਼ ਨੂੰ ਖੜਾ ਕਰਤਾ ਸਾਡੇ ਕੁਝ ਲੋਕਾਂ ਨੇ, ਸਾਡੇ ਹੁਕਮਰਾਨਾਂ ਨੇ। ਵੀ ਆਰ ਪਾਸਿੰਗ ਥਰੂ ਅ ਵੈਰੀ ਚੈਲੰਜਿੰਗ ਟਾਈਮਸ। ਤੁਸੀਂ ਦੇਖ ਹੀ ਰਹੇ ਹੋ, ਪੜ੍ਹ ਰਹੇ ਹੋ, ਸੋਨੇ ਦੇਸ਼ 'ਚ ਕੀ ਹੋ ਰਿਹਾ। ਉਹ ਸਾਰੀਆਂ ਚੀਜ਼ਾਂ ਜਿਹਦੇ ਪਿੱਛੇ ਸਾਡੇ ਨੌਜਵਾਨ ਲੜਦੇ, ਸ਼ਹੀਦ ਹੋ ਗਏ, ਕੁਰਬਾਨੀਆਂ ਦਿੱਤੀਆਂ, ਜਿਸ ਤਰ੍ਹਾਂ ਦੇ ਸਮਾਜ ਦੀ ਸਿਰਜਣਾ ਕਰਨੀ ਸੀ, ਉਧਰ ਨੂੰ ਕਦਮ ਤੱਕ ਹੀ ਪੁੱਟੇ ਸੀ। ਅਸੀਂ ਉਹਨਾਂ ਤੋਂ ਹਜ਼ਾਰਾਂ ਮੀਲ ਦੂਰ ਚਲੇ ਗਏ। ਅੱਜ ਵੀ ਉਹ ਪ੍ਰੋਬਲਮਸ ਸਾਡੇ ਦੇਸ਼ ਦੇ ਵਿੱਚ ਮੌਜੂਦ ਨੇ। ਤੁਹਾਨੂੰ ਸ਼ਾਇਦ ਘੱਟ ਅੰਦਾਜ਼ਾ ਹੈ ਕਿਉਂਕਿ ਪੰਜਾਬ ਦਾ ਜਿਹੜਾ ਸਥਿਤੀ ਹੈ ਬਾਕੀ ਸਟੇਟਸ ਨਾਲੋਂ ਕੁਝ ਬੈਟਰ ਹੈ। ਯੂ ਗੋ ਟੂ ਸੈਂਟਰਲ ਇੰਡੀਅਨ ਸਟੇਟਸ, ਉੜੀਸਾ ਚਲੇ ਜਾਓ, ਜਿਹੜੇ ਦੂਸਰੇ ਬਿਹਾਰ ਦੇ ਕੁਝ ਏਰੀਆਜ਼ ਨੇ ਜਿੱਥੇ ਨੇ, ਉੱਥੇ ਉਸੇ ਤਰ੍ਹਾਂ ਦਾ ਜਿਹੜਾ ਹੈ ਅਜੇ ਵੀ ਸਿਸਟਮ ਜਿਹੜਾ ਹੈ ਚੱਲ ਰਿਹਾ ਹੈ। ਕਾਸਟ ਵਾਇਲੈਂਸ ਹੈ, ਸੈਕੂਲਰਿਜ਼ਮ ਸਾਡਾ ਜਿਹੜਾ ਸੀ ਉਹਨੂੰ ਬਿਲਕੁਲ ਨੇਸਤੋ ਨਾਬੂਦ ਕਰਤਾ ਗਿਆ। ਤੁਹਾਡੀ ਜਿਹੜੀ ਜੌਬ ਸਿਨੈਰੀਓ ਸੀਗੇ, ਇਕਨੋਮਿਕ ਪਾਲਿਸੀਜ਼ ਇਸ ਤਰ੍ਹਾਂ ਦੀਆਂ ਲਿਆਂਦੀਆਂ ਗਈਆਂ ਕਿ ਕਾਰਪੋਰੇਟ ਵਰਲਡ ਡੇ ਬਾਈ ਡੇ ਹਾਵੀ ਹੁੰਦਾ ਚਲਾ ਜਾ ਰਿਹਾ। ਸਾਡੇ ਜਿਹੜੇ ਪੋਲੀਟੀਸ਼ੀਅਨਸ ਨੇ ਔਰ ਕਾਰਪੋਰੇਟ ਵਰਲਡ ਦੇ ਆਰ ਹੈਂਡ ਇਨ ਗਲਵ। ਉਹ ਐਸਾ ਲੁੱਟ ਦਾ ਇੱਕ ਸਾਮਰਾਜ ਜਿਹੜਾ ਹੈ ਚੱਲਿਆ। ਸੋ ਇਹ ਸਾਰੇ ਕੁਝ ਨੂੰ ਆਪਾਂ ਸਾਰਿਆਂ ਨੇ ਨਿਪਟਣਾ, ਸਾਡੇ ਨਾਲੋਂ ਜ਼ਿਆਦਾ ਤੁਸੀਂ ਨਿਪਟਣਾ, ਬਿਕੋਜ਼ ਯੂ ਆਰ ਦੀ ਇਨਹੈਰੀਟਰਸ ਆਫ ਦਿਸ ਪ੍ਰੋਬਲਮੈਟਿਕ ਸਿਸਟਮ। ਸੋ ਇਸ ਕਰਕੇ ਕਲੈਰਿਟੀ ਹੋਣੀ ਜ਼ਰੂਰੀ ਹੈ ਕਿ ਸਾਰਾ ਕੁਝ ਹੋ ਕੀ ਰਿਹਾ ਹੈ। ਇਹ ਸਮਝ ਆਉਣੀ ਜ਼ਰੂਰੀ ਹੈ, ਤਾਂ ਹੀ ਤੁਸੀਂ ਇਹਨੂੰ ਸਮਝ ਕੇ ਇਹਨੂੰ ਪਲਟਣ ਦੀ ਕੋਸ਼ਿਸ਼ ਕਰ ਸਕਦੇ ਹੋ। ਸੋ ਕੀਪ ਯੋਰ ਆਈਜ਼ ਐਂਡ ਈਅਰਸ ਓਪਨ। ਜੋ ਵੀ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਉਸ ਨੂੰ ਸਮਝ ਕੇ ਭਗਤ ਸਿੰਘ, ਸ਼ਹੀਦ ਭਗਤ ਸਿੰਘ ਜਾਂ ਸਾਡੇ ਕ੍ਰਾਂਤੀਕਾਰੀਆਂ ਦੇ ਬਾਰੇ ਜਾਣ ਕੇ, ਕਿਉਂਕਿ ਇਹ ਉਹੀ ਹਾਲਾਤ ਨੇ, ਤਕਰੀਬਨ ਉਹੀ ਹਾਲਾਤ ਨੇ ਜਿਹਨਾਂ 'ਚ ਉਹ ਲੰਘ ਰਹੇ ਸੀ। ਸਿਰਫ ਹੁਕਮਰਾਨ ਉਸ ਵੇਲੇ ਇੰਗਲੈਂਡ ਦੇ ਸੀ, ਗੋਰੇ ਸੀਗੇ, ਡਿਸਟਿੰਗੁਇਸ਼ੇਬਲ ਸੀਗੇ ਦੂਸਰੇ ਤਰੀਕੇ ਨਾਲ। ਹੁਣ ਸਾਡੇ ਆਪਣੇ ਹੀ ਦੇਸ਼ ਦੇ ਲੋਕ ਉਸ ਤੋਂ ਲੌਬੀਜ਼ ਹਾਵੀ ਹੋਈਆਂ ਨੇ। ਸੋ ਪਿਆਰੇ ਵਿਦਿਆਰਥੀਓ, ਤੁਹਾਡੇ ਲਈ ਇਸ ਕਰਕੇ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਇਸ ਨੌਜਵਾਨ ਕ੍ਰਾਂਤੀਕਾਰੀ ਜਿਹੜਾ ਸਾਡਾ ਆਪਣਾ ਜੰਮਪਲ ਪੰਜਾਬ ਦਾ, ਉਹਦੇ ਬਾਰੇ ਜਾਣੋ ਔਰ ਉਸ ਦੇ ਥਰੂ ਜੋ ਹੁਣ ਹੋ ਰਿਹਾ ਇਸ ਵਿਵਸਥਾ ਨੂੰ ਚੇਂਜ ਕਿਵੇਂ ਕਰਨਾ, ਉਹਦੇ ਲਈ ਤੁਹਾਡੀਆਂ ਕੀ ਉੱਤਰਦਾਇਤਵ ਬਣਦਾ, ਤੁਹਾਡਾ ਕੀ ਰੋਲ ਬਣਦਾ, ਉਸ ਨੂੰ ਜਾਣੋ। ਸੋ ਮੈਂ ਇਹਨਾਂ ਹੀ ਸ਼ਬਦਾਂ ਨਾਲ ਆਪਣੀ ਗੱਲ ਇੱਥੇ ਸਮਾਪਤ ਕਰਾਂਗਾ। ਜੇ ਤੁਹਾਡੇ ਚੋਂ ਕਿਸੇ ਦਾ ਕੋਈ ਸਵਾਲ ਹੈ ਤਾਂ ਮੈਨੂੰ ਬੜੀ ਖੁਸ਼ੀ ਹੋਏਗੀ। ਆਈ ਵੁੱਡ ਲਾਈਕ ਟੂ ਰਿਸਪੌਂਡ। ਥੈਂਕ ਯੂ ਵੈਰੀ ਮਚ। ਹਾਂਜੀ 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 ਮੈਨੂੰ ਥੋੜਾ ਜਿਹਾ ਦੁਬਾਰਾ ਸੁਣੋ। ਐਕਚੁਅਲੀ ਪੱਖੇ ਦੀ ਹਵਾ ਬਹੁਤ ਤੇਜ਼ ਹੈ, ਮੈਨੂੰ ਸੁਣੋ। हाँ उरे आ जाओ, आ जाओ। उस अगे तो बन सके विचारधारा बदल रही है दी कि नहीं। अच्छा हाँ, वेरी गुड क्वेश्चन, वेरी गुड। ये नौजवान साथी का सवाल है कि शहीद भगत सिंह जिंदगी जी आखिरी किताब पढ़ रहा सी। मैंने पहला तो खुशी है कि इन्होंने ये गल का पता है, मतलब मुंडा पढ़ता, ही इज फैमिलीयर विद द इंटायर सिस्टम। ਜਿਹੜੀ ਉਹ ਲੈਨਨ ਦੀ ਕਿਤਾਬ ਪੜ੍ਹ ਰਹੇ ਸੀ, ਜਦੋਂ ਉਹਨਾਂ ਨੂੰ ਜਿਹੜਾ ਸਜ਼ਾਏ ਮੌਤ ਦੇ ਤਖਤੇ ਵੱਲ ਜਾਣ ਲੱਗੇ ਤਾਂ ਉਹਨਾਂ ਨੇ ਉੱਥੇ ਉਹਨੂੰ ਫੋਲਡ ਕਰਤਾ ਕਿ ਉੱਥੇ ਰੁਕ ਗਏ। ਕੀ ਉਸ ਦੀ ਵਿਚਾਰਧਾਰਾ ਜਿਹੜੀ ਹੈ ਉੱਥੇ ਰੁਕ ਗਈ, ਵੱਧ ਸਕੀ। ਅੱਜ ਸਵੇਰੇ ਵੀ ਇਸ ਚੀਜ਼ ਤੇ ਗੱਲ ਹੋਈ ਕਿ ਸ਼ਹੀਦ ਆਜ਼ਮ ਭਗਤ ਸਿੰਘ ਜ਼ਿੰਦਗੀ ਦੇ ਜਿਸ ਮਰਹਲੇ ਤੇ ਚੱਲ ਰਹੇ ਸੀਗੇ 23 ਸਾਲ ਦੀ ਉਮਰ 'ਚ, ਉਹ ਇੱਕ ਉਹੀ ਨਹੀਂ, ਉਸ ਤੋਂ ਬਾਅਦ ਵੀ ਵਿਚਾਰਧਾਰਾ ਦਾ ਫਾਰਮੇਟਿਵ ਫੇਜ਼ ਹੁੰਦਾ ਹੈ। ਤੁਸੀਂ ਡਿਫਰੈਂਟ ਆਈਡੀਓਲੋਜੀਜ਼ ਨੂੰ ਡਿਫਰੈਂਟ ਸੋਰਸਿਸ ਤੋਂ, ਡਿਫਰੈਂਟ ਨੈਰੇਟਿਵਸ ਤੋਂ ਪੜ੍ਹਦੇ ਹੋ ਔਰ ਆਪਣੀ ਸੋਚ ਨੂੰ ਸ਼ੇਪ ਦਿੰਦੇ ਹੋ ਔਰ ਉਹ ਸ਼ੇਪ ਹੌਲੀ ਹੌਲੀ ਮੈਚੁਰ ਹੁੰਦੀ ਰਹਿੰਦੀ ਹੈ।
ਬਲਕਿ ਜਿਹੜੇ ਹਾਰਡਕੋਰ ਕਮਿਊਨਿਸਟ ਨੇ, ਮੇਰਾ ਉਹਨਾਂ ਨਾਲ ਡਿਫਰੈਂਸ ਆਫ ਓਪੀਨੀਅਨ ਹੈ। ਮੇਰੇ ਆਪਣੇ ਸੀਨੀਅਰ ਟੀਚਰ ਸੀਗੇ ਪ੍ਰੋਫੈਸਰ ਚਮਨ ਲਾਲ JNU ਤੋਂ, ਮੈਂ ਵੀ JNU ਦਾ ਸਟੂਡੈਂਟ ਰਿਹਾ। ਉਹਨਾਂ ਨੂੰ ਜਿਹੜਾ ਟਕਸਾਲੀ ਕਮਿਊਨਿਸਟ ਉਹਨਾਂ ਨੂੰ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ। ਮੇਰਾ ਡਿਫਰੈਂਸ ਆਫ ਓਪੀਨੀਅਨ ਇਹ ਹੈ ਕਿ ਭਗਤ ਸਿੰਘ ਵਾਜ਼ ਇਹ ਸੋਸ਼ਲਿਸਟ, ਉਹਨਾਂ ਦਾ ਬਹੁਤ ਕੁਝ ਸੋਸ਼ਲਿਜ਼ਮ ਨਾਲ ਮਿਲਦਾ ਹੈਗਾ, ਲੇਕਿਨ ਕਈ ਜਗ੍ਹਾ ਤੇ ਉਹਨਾਂ ਦੇ ਡਿਫਰੈਂਸਿਸ ਵੀ ਨੇ। ਸੈਕੰਡਲੀ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਿਆ ਕਿ ਫਰਦਰ ਉਸ ਨੂੰ ਹੋਰ ਐਕਸਪਲੋਰ ਕਰਕੇ ਕਿਸ ਤਰੀਕੇ ਨਾਲ ਜਿਹੜਾ ਹੈਗਾ ਆਪਣੀ ਸੋਚ ਨੂੰ ਡਿਵੈਲਪ ਕਰਦੇ। ਸੋ ਤੁਹਾਡੀ ਸਵਾਲ ਦਾ ਜਵਾਬ ਇਹ ਹੈ ਕਿ ਉਹਨਾਂ ਦੀ ਜ਼ਿੰਦਗੀ ਦਾ ਸਫ਼ਰ ਹੀ ਨਹੀਂ ਉੱਥੇ ਇਕੱਲਾ ਰੁਕਿਆ, ਉਹਨਾਂ ਦੀ ਆਬਵੀਅਸਲੀ ਸੋਚ ਦਾ ਸਫ਼ਰ ਵੀ ਰੁਕਿਆ। ਮੇਰੀ ਆਪਣੀ ਕਨਵਿਕਸ਼ਨ ਇਹ ਹੈ ਕਿ ਸ਼ਾਇਦ ਜੇ ਉਹਨਾਂ ਨੂੰ ਸਮਾਂ ਕੁਝ ਹੋਰ ਮਿਲਦਾ, ਹੋਰ ਐਕਸਪਲੋਰ ਕਰਦੇ, ਤਾਂ ਉਹ ਆਪਣੀ ਜਿਹੜੀ ਵਿਚਾਰਧਾਰਾ ਹੈ ਉਸ ਨੂੰ ਹੋਰ ਜ਼ਿਆਦਾ ਇੱਕ ਜਿਹੜਾ ਪੁਖਤਾ ਰੂਪ ਦੇ ਸਕਦੇ। ਆਈ ਹੋਪ ਆਈ ਐਮ ਥੈਂਕ ਯੂ।